ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਆਸਾ ਜੀ ਦੀ ਵਾਰ ਰਾਹੀਂ ਚੱਲ ਰਹੀ ਲੜੀਵਾਰ ਵਿਚਾਰ ਕਥਾ ਵਿਚਾਰ ਦੇ ਵਿੱਚ ਕਿਰਪਾ ਕਰ ਰਹੇ ਹਨ। ਸੋ ਪਿੱਛੇ ਅਸੀਂ 9 ਸਲੋਕਾਂ ਅਤੇ ਪੌੜੀਆਂ ਦੇ ਸਮੇਤ ਪਾਕ ਪਟਨ ਵਿੱਚ ਸ਼ੇਖ ਬ੍ਰਹਮ ਨਾਲ ਜੋ ਪ੍ਰਸ਼ਨ ਉੱਤਰ ਹੋਏ ਸਨ ਉਹ ਕਰ ਰਹੇ ਹਾਂ। ਅੱਜ ਜੋ ਸਲੋਕ ਆਰੰਭ ਹੋ ਰਿਹਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਤੋਂ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਪਹੁੰਚੇ, ਉੱਥੋਂ ਦੇ ਚੌਧਰੀ ਰਾਏ ਬੁਲਾਰ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰੇ ਮਹਿਲਾਂ ਨੂੰ ਵੀ ਪਵਿੱਤਰ ਕਰੋ। ਤਾਂ ਸਤਿਗੁਰੂ ਜੀ ਰਾਏ ਬੁਲਾਰ ਦਾ ਪ੍ਰੇਮ ਵੇਖ ਕਰਕੇ ਉਸ ਨੂੰ ਨਿਹਾਲ ਕਰਨ ਵਾਸਤੇ ਉਸ ਦੇ ਮਹਿਲਾਂ ਵਿੱਚ ਚਰਨ ਪਾਏ। ਰਾਏ ਬੁਲਾਰ ਨੇ ਪ੍ਰੇਮ ਨਾਲ ਸਤਿਗੁਰਾਂ ਦੇ ਚਰਨ ਧੋ ਕਰਕੇ ਚਰਨਾ ਅੰਮ੍ਰਿਤ ਲੈ ਕੇ ਸਿੱਖੀ ਧਾਰਨ ਕੀਤੀ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਪਵਿੱਤਰ ਉਪਦੇਸ਼ ਬਖਸ਼ਣਾ ਕਰੋ, ਕਿਉਂਕਿ ਮੇਰੇ ਹਿਰਦੇ ਵਿੱਚ ਇਹ ਹੰਗਤਾ ਹੈ ਕਿ ਮੈਂ ਰਾਜਾ ਹਾਂ, ਇਹ ਮੇਰੀ ਪ੍ਰਜਾ ਹੈ, ਇਸ ਰਾਜ ਦਾ ਮੈਂ ਮਾਲਕ ਹਾਂ। ਇਹ ਮੰਡਪ, ਮਾੜੀਆਂ, ਸੋਨਾ ਚਾਂਦੀ ਆਦਿ ਮੇਰੇ ਹਨ। ਜਦੋਂ ਰਾਏ ਬੁਲਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਰਾਏ ਬੁਲਾਰ ਨੂੰ ਇਹ ਪਾਵਨ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਆ। ਸਲੋਕ ਮਹੱਲਾ ਪਹਿਲਾ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਹੇ ਰਾਜਨ, ਇਹ ਰਾਜੇ ਪੁਣੇ ਦਾ ਬਿਮਾਨ ਕੂੜ ਕਹੀਏ ਝੂਠਾ ਹੈ, ਤੇਰੀ ਪ੍ਰਜਾ ਰਈਅਤ ਵੀ ਝੂਠੀ ਹੈ। ਜੋ ਸਾਰਾ ਸੰਸਾਰ ਜਗਤ ਸੱਚਾ ਪ੍ਰਤੀਤ ਹੋ ਰਿਹਾ, ਇਹ ਵੀ ਝੂਠਾ ਹੀ ਹੈ। ਪਾਤਸ਼ਾਹ ਫਰਮਾਉਂਦੇ ਆ ਨਾ, ਇਹੋ ਸਰੀਰ ਕੂੜ ਕੁਸੱਤ ਭਰਿਆ, ਗਲ ਤਾਈ ਪਾਪ ਕਮਾਏ। ਇੱਕ ਜਗ੍ਹਾ ਹੋਰ ਫਰਮਾਉਂਦੇ ਆ, ਦੁਨੀਆ ਖੋਟੀ ਰਾਸ ਕੂੜ ਕਮਾਈ ਹੈ। ਇਸ ਤੋਂ ਭਾਵ ਹੈ ਭਾਈ ਸਾਰਾ ਕੁਝ ਝੂਠਾ ਹੈ। ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਚਾਰੇ ਤਰਫਾਂ ਤੋਂ ਖੁੱਲ੍ਹੇ ਫੁੱਲਾਂ ਅਤੇ ਪੱਤਿਆਂ ਨਾਲ ਸਜਾਏ ਮੰਡਪ ਮਹਿਲ ਵੀ ਕੂੜ ਝੂਠੇ ਹਨ। ਮਾੜੀ ਹਵੇਲੀਆਂ ਵੀ ਕੂੜ ਝੂਠੀਆਂ ਹਨ ਅਤੇ ਇਸ ਦੇ ਵਿੱਚ ਬੈਸਣ ਹਾਰ ਬੈਠਣ ਵਾਲੇ ਭਾਵ ਵਸਣ ਵਾਲੇ ਜੀਵ ਵੀ ਝੂਠੇ ਆ, ਨਾਸ਼ਵਾਨ ਹਨ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਸੋਇਨਾ ਸੋਨਾ ਵੀ ਕੂੜ ਝੂਠਾ ਹੈ, ਰੂਪਾ ਚਾਂਦੀ ਵੀ ਕੂੜ ਝੂਠੀ ਹੈ ਅਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਪਹਿਨਣ ਹਾਰ ਪਹਿਨਣ ਵਾਲੇ ਪੁਰਖ ਵੀ ਝੂਠੇ ਆ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਇਹ ਕਾਇਆ ਦੇਹ ਵੀ ਝੂਠੀ ਹੈ ਅਤੇ ਜਿਹੜੇ ਇਸ 'ਤੇ ਅਦੁੱਤੀ ਸੁੰਦਰਤਾ ਵਾਲੇ ਗਹਿਣਿਆਂ ਸਮੇਤ ਬਸਤਰ ਪਹਿਨਣੇ ਹਨ, ਇਹ ਵੀ ਕੂੜ ਝੂਠੇ ਹਨ। ਅਤੇ ਪਾਊਡਰ ਆਦਿ ਲਾ ਕੇ ਸੋਹਣੀ ਸੂਰਤ ਬਣਾਉਣੀ ਵੀ ਪਾਰਾਵਾਰ ਤੋਂ ਰਹਿਤ ਝੂਠੀ ਹੀ ਮੰਨੀ ਹੈ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਮੀਆਂ ਭਾਵ ਪੁਰਖ ਵੀ ਝੂਠੇ ਹੀ ਹਨ, ਬੀਬੀ ਨਾਮ ਇਸਤਰੀਆਂ ਵੀ ਝੂਠੀਆਂ ਹੀ ਹਨ ਅਤੇ ਆਪੋ ਵਿੱਚ ਵਿਸ਼ਿਆਂ ਵਿੱਚ ਖਪ ਖਚਿਤ ਹੋ ਕੇ ਪਰਚ ਪਰਚ ਕੇ ਸੁਆਹ ਹੋ ਰਹੇ ਆ, ਭਾਵ ਸਰੀਰ ਨਾਸ਼ ਹੁੰਦੇ ਜਾਂਦੇ ਆ। ਕੂੜ ਕੂੜੈ ਨੇਹ ਲੱਗਾ ਵਿਸਰਿਆ ਕਰਤਾਰ। ਝੂਠੇ ਪੁਰਖਾਂ ਦਾ ਝੂਠਿਆਂ ਪਦਾਰਥਾਂ ਨਾਲ ਹੀ ਪ੍ਰੇਮ ਲੱਗ ਰਿਹਾ, ਜਿਸ ਕਰਕੇ ਜੀਵਾਂ ਦੇ ਤਾਈਂ ਕਰਤਾਰ ਕਰਤੇ ਪੁਰਖ ਦਾ ਨਾਮ ਜਪਣਾ ਭੁੱਲ ਗਿਆ ਹੈ। ਕਿਉਂਕਿ ਦਾਤ ਪਿਆਰੀ ਵਿਸਰਿਆ ਦਾ ਤਾਰਾ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਸੋ ਹੁਣ ਦੱਸੋ ਭਾਈ, ਕਿਹਦੇ ਨਾਲ ਭਾਵ ਸਾਥ ਸਨੇਹ ਪ੍ਰੀਤੀ ਕਰੀਏ, ਕਿਉਂਕਿ ਸਾਰਾ ਸੰਸਾਰ ਤਾਂ ਚਲਾਏ ਮਾਨਿਆ ਚਲਿਆ ਜਾਣ ਵਾਲਾ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਜੋ ਮਾਇਕੀ ਪਦਾਰਥ ਮਿੱਠਾ ਪਿਆਰੇ ਭਾਵ ਮਿੱਠੇ ਲੱਗਦੇ, ਇਹ ਵੀ ਕੂੜ ਝੂਠੇ ਹੀ ਹਨ। ਜੋ ਮਾਖਿਓ ਸ਼ਹਿਦ ਸਾਰਿਆਂ ਨਾਲੋਂ ਮਿੱਠਾ ਮੰਨਿਆ,
ਇਹ ਵੀ ਕੂੜ ਝੂਠਾ ਹੀ ਹੈ। ਕੂੜ ਝੂਠ ਮਿੱਠੇ ਤੇਲੀਏ ਦੀ ਨਿਆਈ ਜ਼ਹਿਰ ਵਰਗਾ, ਪਰ ਜੀਵਾਂ ਨੇ ਇਸ ਨੂੰ ਮਾਖਿਓ ਸ਼ਹਿਦ ਵਰਗਾ ਮਿੱਠਿਆ ਮੰਨਿਆ ਹੋਇਆ, ਅਤੇ ਇਸ ਕੂੜ ਝੂਠ ਨੇ ਪੂਰਾਂ ਦੇ ਪੂਰ ਜੀਵਾਂ ਦੇ ਸੰਸਾਰ ਸਮੁੰਦਰ ਵਿੱਚ ਡੋਬ ਦਿੱਤੇ ਆ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਸਤਿਗੁਰੂ ਜੀ ਕਥਨ ਕਰ ਰਹੇ ਆ ਕਿ ਹੇ ਰਾਏ ਬੁਲਾਰ, ਵਾਹਿਗੁਰੂ ਅੱਗੇ ਬੇਨਤੀ ਅਰਜ ਕਥਨ ਕਰੀਏ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਨਾਮ ਤੋਂ ਬਗੈਰ ਪਦਾਰਥ ਭਾਵ ਜੋ ਕੁਝ ਵੀ ਸੱਚ ਮੰਨਿਆ ਹੈ, ਇਹ ਕੂੜੋ ਕੂੜ ਝੂਠ ਹੀ ਝੂਠ ਹੈ। ਹੇ ਵਾਹਿਗੁਰੂ, ਤੁਹਾਡੇ ਨਾਮ ਤੋਂ ਬਿਨਾਂ ਸਭ ਝੂਠ ਹੀ ਝੂਠ ਹੈ। ਅਸੀਂ ਤਾਂ ਇਉਂ ਬੇਨਤੀ ਹੀ ਕਥਨ ਕਰਦੇ ਹਾਂ ਕਿ ਆਪਣਾ ਸੱਚਾ ਨਾਮ ਦੇਣਾ ਕਰੋ ਸਾਨੂੰ। ਮਹੱਲਾ ਪਹਿਲਾ। ਸੋ ਰਾਏ ਬੁਲਾਰ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਸੱਚ ਵੀ ਕਿਤੇ ਹੈ? ਤਾਂ ਸਤਿਗੁਰੂ ਕਿਰਪਾ ਕਰਕੇ ਦੱਸ ਰਹੇ ਆ, ਸੱਚ ਤਾ ਪਰ ਜਾਣੀਐ, ਜਾ ਹਿਰਦੈ ਸੱਚਾ ਹੋਏ। ਹੇ ਰਾਏ ਬੁਲਾਰ, ਸੱਚ ਵਿੱਚ ਉਹ ਪਰ ਵਿਸ਼ੇਸ਼ ਕਰਕੇ ਪ੍ਰਵਿਰਤ ਹੋਇਆ ਜਾਣੀਦਾ ਜਿਸ ਦੇ ਹਿਰਦੇ ਵਿੱਚ ਸੱਚਾ ਵਾਹਿਗੁਰੂ ਵਸਿਆ ਹੋਵੇ। ਜੇ ਦਿਲ ਕਰਕੇ ਸੱਚਾਈ ਵਾਲਾ ਹੋਵੇ ਤਾਂ ਵਿਸ਼ੇਸ਼ ਕਰਕੇ ਸੱਚਾ ਜਾਣੀਦਾ ਹੈ। ਕੂੜ ਕੀ ਮਲ ਉਤਰੈ, ਤਨ ਕਰੇ ਹੱਛਾ ਧੋਏ। ਜੇਕਰ ਹਿਰਦੇ ਵਿੱਚੋਂ ਝੂਠ ਦੀ ਮੈਲ ਉਤਰ ਜਾਵੇ ਅਤੇ ਤਨ ਸੂਖਮ ਮਨ ਨੂੰ ਨਾਮ ਰੂਪੀ ਸਾਬਣ ਲਾ ਕੇ ਪ੍ਰੇਮ ਰੂਪੀ ਜਲ ਨਾਲ ਧੋ ਕੇ ਪਵਿੱਤਰ ਕਰ ਲਵੇ। ਸੱਚ ਤਾ ਪਰ ਜਾਣੀਐ, ਜਾ ਸੱਚ ਧਰੇ ਪਿਆਰ। ਉਹ ਪੁਰਖ ਵਿਸ਼ੇਸ਼ ਕਰਕੇ ਸੱਚਾ ਜਾਣੀਦਾ ਜੋ ਸੱਚ ਨਾਮ ਵਿੱਚ ਪ੍ਰੇਮ ਧਾਰਨ ਕਰ ਲਵੇ। ਨਾਉ ਸੁਣ ਮਨ ਰਹਿਸੀਐ, ਤਾ ਪਾਏ ਮੋਖ ਦੁਆਰ। ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਸੁਣ ਕੇ ਮਨ ਹਿਰਦਾ ਰਹਿਸੀਏ ਪ੍ਰਸੰਨ ਭਾਵ ਆਨੰਦ ਦੇ ਸਹਿਤ ਹੁੰਦਾ। ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕਰੇ, ਭੇਦ ਦੀਆਂ ਬਾਧਕ ਜੁਗਤੀਆਂ ਦੁਆਰਾ ਮੰਨਣ ਕਰੇ, ਫਿਰ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਨਿਧਿਆਸਣ ਕਰੇ, ਭਾਵ ਸਜਾਤੀ ਬਿਰਤੀ ਦਾ ਪ੍ਰਵਾਹ ਵਿਜਾਤੀ ਬਿਰਤੀ ਦਾ ਤਿਰਸਕਾਰ ਅਪਮਾਨ ਕਰਨ ਰੂਪ ਨਿਧਿਆਸਣ ਕਰੇ, ਅਗਿਆਨ ਵਾਲੀਆਂ ਬਿਰਤੀਆਂ ਦਾ ਤਿਆਗ ਕਰਕੇ ਵਿਚਾਰ ਵਾਲੀਆਂ ਬਿਰਤੀਆਂ ਦਾ ਗ੍ਰਹਿਣ ਕਰੇ, ਤਦੋਂ ਹੀ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪਾ ਸਕਦਾ ਹੈ। ਸੱਚ ਤਾ ਪਰ ਜਾਣੀਐ, ਜਾ ਜੁਗਤ ਜਾਣੈ ਜੀਉ। ਸੱਚਾ ਵਾਹਿਗੁਰੂ ਪਰ ਵਿਸ਼ੇਸ਼ ਕਰਕੇ ਤਾਂ ਹੀ ਜਾਣਿਆ ਜਾ ਸਕਦਾ ਜੇ ਗੁਰਾਂ ਦੁਆਰਾ ਜੀਵ ਹਿਰਦੇ ਵਿੱਚ ਚਿੱਤ ਦੀ ਬਿਰਤੀ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜਨਾ ਜਾਣ ਲਵੇ। ਧਰਤ ਕਾਇਆ ਸਾਧਕੈ, ਵਿੱਚ ਦੇ ਕਰਤਾ ਬੀਉ। ਕਾਇਆ ਦੇਹ ਰੂਪੀ ਬੁੱਧ ਰੂਪੀ ਧਰਤੀ ਨੂੰ ਸੇਵਾ ਭਗਤੀ ਦੁਆਰਾ ਸਾਧ ਹੁੰਦਾ ਸਵਾਰ ਕੇ ਹਿਰਦੇ ਵਿੱਚ ਰਚਨਹਾਰ ਵਾਹਿਗੁਰੂ ਦੇ ਨਾਮ ਰੂਪੀ ਬੀਜ ਨੂੰ ਬੀਜ ਦੇਵੇ। ਸੱਚ ਤਾ ਪਰ ਜਾਣੀਐ, ਜਾ ਸਿੱਖ ਸੱਚੀ ਲੇ। ਸੱਚ ਤਾ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਜੇਕਰ ਸੱਚੀ ਗੁਰਾਂ ਦੀ ਸਿੱਖਿਆ ਧਾਰਨ ਕਰ ਲਵੇ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਸਾਰੇ ਜੀਵਾਂ ਉੱਤੇ ਦਇਆ ਤਰਸ ਦੀ ਦ੍ਰਿਸ਼ਟੀ ਕਰਨਾ ਜਾਣ ਲਵੇ, ਜੀਵ ਨੂੰ 84 ਤੋਂ ਛਡਾਉਣ ਦੀ ਦਇਆ ਕਰਨੀ ਜਾਣੇ, ਕਿਛ ਕੁਝ ਲੋੜਵੰਦਾਂ ਨੂੰ ਪੁੰਨ ਦਾਨ ਦੇਣਾ ਕਰੇ ਭਾਵ ਕਰੇ। ਸੱਚ ਤਾਂ ਪਰ ਜਾਣੀਐ, ਜਾ ਆਤਮ ਤੀਰਥ ਕਰੇ ਨਿਵਾਸ। ਸੱਚ ਤਾਂ ਹੀ ਪਰ ਵਿਸ਼ੇਸ਼ ਕਰਕੇ ਜਾਣਿਆ ਜਾ ਸਕਦਾ ਜਦ ਆਤਮਾ ਰੂਪੀ ਤੀਰਥਾਂ 'ਤੇ ਨਿਵਾਸ ਵਾਸਾ ਕਰਨਾ ਕਰੇ। ਨਿਵਾਸ ਵਾਸ ਵਾਸ਼ਨਾ ਤੋਂ ਨੇ ਨਾਮ ਰਹਿਤ ਹੋ ਕੇ ਵਸੇ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚੇ ਗੁਰਾਂ ਤੋਂ ਸਿੱਖਿਆ ਨੂੰ ਪੁੱਛ ਕਰਕੇ ਚਿੱਤ ਨੂੰ ਅੰਤਰਮੁਖ ਬਿਰਤੀ ਕਰਨ ਰੂਪ ਬੈਠ ਕੇ ਸੱਚ ਸਰੂਪ ਵਿੱਚ ਵਾਸਾ ਕਰ ਰਹੇ। ਸੱਚ ਸਭਨਾ ਹੋਏ, ਦਾਰੂ ਪਾਪ ਕੱਢੈ ਧੋਏ। ਹੇ ਰਾਏ ਬੁਲਾਰ ਜੀ, ਸਾਰਿਆਂ ਅਗਿਆਨ ਆਦਿ ਦੁੱਖਾਂ ਦੀ ਦਾਰੂ ਔਖ ਦੀ ਸੱਚੇ ਪਰਮੇਸ਼ਰ ਦਾ ਨਾਮ ਹੀ ਹੁੰਦਾ ਹੈ।
ਜੋ ਵੀ ਇਸ ਨੂੰ ਧਾਰਨ ਕਰੇਗਾ ਉਸ ਦੇ ਹਿਰਦੇ ਵਿੱਚੋਂ ਜਨਮਾਂ ਜਨਮਾਤਰਾਂ ਦੇ ਗੁਨਾਹਾਂ ਦੀ ਮੈਲ ਨੂੰ ਸੱਚਾ ਨਾਮ ਸਾਬਣ ਦੀ ਨਿਆਈ ਲੱਗ ਕੇ ਧੋ ਕੇ ਬਾਹਰ ਨਿਕਾਲ ਦੇਵੇ। ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਸਤਿਗੁਰੂ ਜੀ ਕਥਨ ਕਰਦੇ ਆ ਕਿ ਹੇ ਰਾਏ ਬੁਲਾਰ, ਅਸੀਂ ਪਰਮੇਸ਼ਰ ਦੇ ਅੱਗੇ ਇਹੋ ਬੇਨਤੀ ਵਖਿਆਣ ਕਰਦੇ ਹਾਂ ਕਿ ਜਿਨ੍ਹਾਂ ਦੇ ਅੰਤਸ਼ਕਰਨ ਰੂਪੀ ਲੜ ਵਿੱਚ ਸੱਚ ਹੁੰਦਾ ਉਹ ਮਹਾਤਮਾ ਜਨ ਧਨਤਾ ਦੇ ਯੋਗ ਆ। ਜਿਨ੍ਹਾਂ ਸੰਤ ਜਨਾਂ ਦੇ ਹਿਰਦੇ ਰੂਪੀ ਲੜ ਵਿੱਚ ਸੱਚਾ ਨਾਮ ਹੋਵੇ ਉਹਨਾਂ ਦੇ ਕੋਲ ਜਾ ਕੇ ਜੀਵ ਬੇਨਤੀ ਅਰਜ ਕਥਨ ਕਰੇ ਤਾਂ ਮੁਕਤੀ ਨੂੰ ਪਾ ਸਕਦਾ ਹੈ। ਸੋ ਅੱਗੇ ਸਤਿਗੁਰੂ ਦੱਸ ਰਹੇ ਆ ਕਿ ਹੇ ਰਾਜਨ, ਸਤਿਗੁਰਾਂ ਅੱਗੇ ਇਉਂ ਬੇਨਤੀ ਕਰੀਏ। ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਮਸਤਕ ਲਾਈਐ। ਹੇ ਪਰਮੇਸ਼ਰ, ਤੁਹਾਡੇ ਸੰਤਾਂ ਦੇ ਤਲੀ ਚਰਨਾਂ ਦੇ ਤਲੇ ਦੀ ਖਾਕ ਧੂੜ, ਸੰਤਾਂ ਵਾਲੀ ਬੁੱਧੀ ਰੂਪੀ ਤਲੀ ਅਤੇ ਉਹਨਾਂ ਦੀ ਸ਼ਰਧਾ ਰੂਪੀ ਖਾਕ ਦਾ ਦਾਨ ਜੇ ਮਹਿੰਡਾ ਮੇਰੇ ਤਾਈਂ ਪ੍ਰਾਪਤ ਹੋ ਜਾਵੇ, ਸਾਧ ਸੰਗਤ ਦੇ ਚਰਨਾਂ ਦੇ ਤਲਿਆਂ ਦੀ ਧੂੜੀ ਦਾ ਦਾਨ ਜੇ ਮਿਲ ਜਾਵੇ, ਤਦ ਅਸੀਂ ਆਪਣੇ ਪ੍ਰਤੱਖ ਮਸਤਕ ਮੱਥੇ ਅੰਤਹਿਕਰਨ ਰੂਪੀ ਮੱਥੇ 'ਤੇ ਲਾਉਣਾ ਕਰੀਏ। ਸਤਿਗੁਰੂ ਮਲ੍ਹਾਰ ਰਾਗ ਵਿੱਚ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਕਿਲਵਿਖ ਮੈਲ ਭਰੇ ਪਰੇ ਹਮਰੈ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸੋ ਇਸੇ ਤਰ੍ਹਾਂ ਸਤਿ ਭਾਈ ਗੁਰਦਾਸ ਜੀ ਦੇ ਕਪਿੱਦਾਂ ਵਿੱਚ ਅਸੀਂ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਫਰਮਾਉਂਦੇ ਆ, ਸੁਰਸਰੀ ਸੁਰਸਰੀ ਜਮਨਾ ਗੋਦਾਵਰੀ ਗਿਆ ਪ੍ਰਾਗ ਸੇਤ ਗੁਰ ਖੇਤ ਮਾਨ ਸਰ ਹੈ। ਕਾਂਸੀ ਕਾਂਤੀ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ ਗੋਮਤੀ ਅਵੰਤਕਾ ਕੇਦਾਰ ਹਿਮ ਧਰ ਹੈ। ਨਰਬਦਾ ਬਬਿਦ ਬਨ ਦੇਵ ਸਥਲ ਕਵਲਾਸ ਨੀਲ ਮੰਦਰਾ ਚਲ ਸਮੇਰ ਗਿਰਵਰ ਹੈ। ਤੀਰਥ ਅਰਥ ਸਤ ਧਰਮ ਦਇਆ ਸੰਤੋਖ ਸ੍ਰੀ ਗੁਰ ਚਰਨ ਰਾਜ ਤੁਲਨਾ ਸਗਰ ਹੈ। ਭਾਈ ਨੰਦ ਲਾਲ ਜੀ ਨੇ ਵੀ ਚਰਨ ਧੂੜੀ ਬਾਬਤ ਕਥਨ ਕੀਤਾ ਹੈ। ਭਾਈ ਨੰਦ ਲਾਲ ਜੀ ਕਹਿੰਦੇ ਆ, ਖਾਕ ਰਾਹਸ਼ ਤੂਤੀ ਵਾਏ ਚਸ਼ਮ ਮਾਸਤ ਆਬਰੂ ਅਫਜਾਏ ਹਰ ਸ਼ਾਹੋ ਗਦਾਸਤ। ਰਾਹਸ਼ ਨਾਮ ਸਾ ਨਾਮ ਉਹਨਾਂ ਦੇ ਰਾਹ ਨਾਮ ਰਸਤੇ ਦੀ, ਖਾਕ ਧੂੜੀ ਮਾਸਤ ਕਹੀਏ ਮਾਂ ਮੇਰੇ, ਅਸਤ ਚਸ਼ਮ ਨੇਤਰਾਂ ਦਾ, ਤੂਤੀ ਵਾਏ ਸੁਰਮਾ ਅਸਤ ਭਾਵ ਜੋ ਹਰ ਪਾਸੇ ਧੂੜੀ ਸਾਹੋ ਪਾਤਸ਼ਾਹ ਜੀ ਤੇ ਗਦਾ ਦਸਤ ਗਰੀਬਾਂ ਦੀ ਆਬਰੂ ਇੱਜ਼ਤ ਅਫਜਾਏ ਵਧਾਉਂਦੀ ਹੈ। ਬਸ ਬਜ਼ੁਰਗੀ ਅੰਧ ਫਿਦਾਏ ਰਾਹੇ ਸ਼ਾਹ ਸੁਰਮਾਏ ਚਸ਼ਮਮ ਜੇ ਖਾਕੇ ਰਾਹ ਸ਼ਾਹ। ਬਸ ਬਜ਼ੁਰਗੀ ਬਹੁਤ ਵਡਿਆਈ ਵਾਲੇ ਪਾਤਸ਼ਾਹ ਵੀ ਚਰਨ ਧੂੜੀ ਦੀ ਅੰਧ ਇੱਛਾ ਕਰਕੇ ਸ਼ਾਹ ਉਹਨਾਂ ਦੇ ਰਾਹੇ ਰਸਤੇ ਉੱਪਰੋਂ ਫਿਦਾਏ ਕੁਰਬਾਨ ਹੁੰਦੇ ਆ। ਜੇ ਸ਼ਾਹ ਉਹਨਾਂ ਦੇ ਰਸਤੇ ਦੀ ਧੂੜੀ ਮੇਰੇ ਚਸ਼ਮਮ ਭਾਵ ਨੇਤਰਾਂ ਦਾ ਸੁਰਮਾ ਬਣ ਜਾਵੇ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ। ਉਹਨਾਂ ਸੰਤਾਂ ਜਨਾਂ ਦੀ ਸੰਗਤ ਕਰਕੇ ਝੂਠੇ ਪਦਾਰਥਾਂ ਦੇ ਭੋਗਣ ਪਹਿਰਨ ਜੋੜਨ ਦਾ ਲਾਲਚ ਛੱਡ ਕੇ ਤਿਆਗ ਦਈਏ ਅਤੇ ਇੱਕ ਮਨ ਇਕਾਗਰ ਚਿੱਤ ਹੋ ਕੇ ਅਲਖ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਧਿਆਤਾਕਾਰ ਬਿਰਤੀ ਕਰਕੇ ਧਿਆਉਣਾ ਕਰੀਏ। ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ। ਕਿਉਂਕਿ ਪ੍ਰਤੱਖ ਹੈ ਕਿ ਜੇ ਵੇਹੀ ਜਿਹੋ ਜਿਹੀ ਕਾਰ ਕਰਨੀ ਕਮਾਈ ਦੀ ਆ ਤੇ ਵੇਹੋ ਤਿਹੋ ਜਿਹਾ ਫਲ ਪਾ ਲਈਦਾ। ਜੇ ਹੋਵੈ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ। ਜੇਕਰ ਪੂਰਬਲੇ ਨਿਸ਼ਕਾਮ ਕਰਮਾਂ ਦਾ ਲੇਖ ਪਰਮੇਸ਼ਰ ਦੇ ਲਿਖਾਰੀ ਦਾ ਮਸਤਕ 'ਤੇ ਲਿਖਿਆ ਹੋਵੇ ਤਾਂ ਉਹਨਾਂ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਸ਼ਰਧਾ ਰੂਪੀ ਧੂੜੀ ਪਾਈ ਦੀ ਆ। ਮਤ ਥੋੜੀ ਸੇਵ ਗਵਾਈਐ। ਜੋ ਥੋੜੀ ਤੁਛ ਬੁੱਧੀ ਹੈ ਇਹ ਸੰਤਾਂ ਦੀ ਸੇਵ ਟਹਿਲ ਕਰਕੇ ਗਵਾਉਣਾ ਕਰੀਏ। ਇਹੋ ਜਿਹੀ ਸੇਵਾ ਕਰੀਏ ਕਿ ਤੁਛ ਬੁੱਧੀ ਨੂੰ ਅੰਦਰੋਂ ਗਵਾ ਦਈਏ। ਥੋੜੀ ਤੁਛ ਬੁੱਧੀ ਵਾਲੇ ਸੇਵਾ ਕਰਨ ਤੋਂ ਬਗੈਰ ਹੀ
ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਆ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।